ਕਰਾਇਆ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸ਼ਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀਆਂ ਪਿਆਰੈ ਪਿਛੈ ਟੰਕ ਚੜਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗਾ ਟਲ ਤਖਤ ਚੌਰ ਛਤਰ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਤੇ ਪਾਵਨ ਪਵਿੱਤਰ ਅਸਥਾਨਾਂ ਤੇ ਅੰਮ੍ਰਿਤ ਵੇਲੇ ਤਖਤਾਂ ਤੇ ਵਿਰਾਜਮਾਨ ਹੋ ਕਰਕੇ ਜੋ ਪਾਵਨ ਉਪਦੇਸ਼ ਹੁਕਮਨਾਮੇ ਦੇ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸੋਰਠ ਰਾਗ ਦੇ ਅੰਦਰ ਚੌਥੇ ਗੁਰੂਦੇਵ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਮੁਬਾਰਕ ਅੰਗ 605 ਤੇ ਆਰੰਭ ਹੋ ਕੇ 606 ਅੰਗ ਤੇ ਇਸ ਪਾਵਨ ਪਵਿੱਤਰ ਹੁਕਮ ਦੀ ਸੰਪੂਰਨਤਾ ਹੈ। ਇਤਿਹਾਸ ਦੀ ਲੜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੇ ਕੌਤਕ ਆਰੰਭ ਕੀਤੇ ਹਨ। ਆਪ ਸੰਗਤ ਅਸੀਸ ਬਖਸ਼ੋ, ਮਨ ਬਿਰਤੀਆਂ ਕਰੋ ਇਕਾਗਰ, ਹਿਰਦੇ ਨੂੰ ਮਨ ਨੂੰ ਪਵਿੱਤਰ ਕਰ ਸਕੀਏ, ਮਨ ਸਾਡਾ ਟਿਕ ਸਕੇ। ਅਸੀਸ ਬਖਸ਼ੋ, ਅਦਬ ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਕਰੋ ਪਵਿੱਤਰ। ਉਚਾਰਨ ਕਰੋ ਜੀ ਸਤਿਨਾਮ ਸ਼੍ਰੀ। ਫਿਰ ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਜਦ ਉਹਨਾਂ ਦੇ ਪਿਤਾ ਜੀ ਨੇ ਸਤਿਕਾਰਯੋਗ ਮਹਿਤਾ ਕਲਿਆਣ ਦਾਸ ਸੀ ਵਪਾਰ ਕਰਨ ਵਾਸਤੇ ਭੇਜਿਆ, ਸਤਿਗੁਰੂ ਮਹਾਰਾਜ ਕੁਝ ਸਾਧੂਆਂ ਨੂੰ, ਕੁਝ ਅਬਦਾਲੀ ਫਕੀਰ ਉੱਥੇ ਕਹੇ ਗਏ। ਸਤਿਗੁਰੂ ਉਹਨਾਂ ਦੇ ਨਾਲ ਸੱਚ ਦਾ ਸੌਦਾ ਕਰਕੇ, ਉਹਨਾਂ ਨੂੰ ਗੁਰਮਤਿ ਦਾ ਉਪਦੇਸ਼ ਦੇ ਕਰਕੇ, ਉਹਨਾਂ ਨੂੰ ਗੁਰਮਤਿ ਦੇ ਮਾਰਗ ਤੇ ਤੋਰ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਰਤ ਕੇ ਜਦੋਂ ਘਰ ਦੇ ਵਿੱਚ ਆਏ, ਹੁਣ ਇਹ ਜ਼ਾਹਰ ਜੀ ਗੱਲ ਸੀ ਕਿ ਜੋ ਪਿਤਾ ਇਸ ਕਰਕੇ ਪੁੱਤਰ ਨੂੰ ਬਿਜ਼ਨਸ ਦੇ ਵਿੱਚ, ਵਪਾਰ ਦੇ ਵਿੱਚ, ਦੁਕਾਨ ਦੇ ਵਿੱਚ ਤੋਰਦਾ ਪਿਆ ਹੈ ਕਿ ਇਹ ਕੁਝ ਖੱਟੇਗਾ, ਇਹ ਜੋ ਕੁਝ ਅੱਜ ਤੱਕ ਮੈਂ ਕਮਾਇਆ ਇਸ ਨੂੰ ਅੱਗੇ ਵਧਾ ਕੇ ਲੈ ਕੇ ਜਾਏਗਾ। ਜੇ ਮੈਂ 20 ਦਿੱਤੇ ਤੇ ਇਹਨਾਂ ਨੂੰ 40 ਬਣਾ ਕੇ ਲੈ ਕੇ ਆਏਗਾ। ਜੇ ਮੈਂ 40 ਦੇਵਾਂਗਾ ਤੇ ਇਹਨਾਂ ਨੂੰ 80 ਬਣਾ ਕੇ ਆ ਜਾਏਗਾ। ਜੇ 100 ਦੇਵਾਂਗਾ ਤੇ 200 ਬਣਾਏਗਾ, 1000 ਦੇਵਾਂਗਾ 2000 ਬਣ ਜਾਏਗਾ। ਹੁਣ ਜ਼ਾਹਰ ਜੀ ਗੱਲ ਸੀ ਕਿ ਰਕਮ ਬਹੁਤ ਵੱਡੀ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜਦੋਂ ਪਰਤ ਕੇ ਵਾਪਸ ਘਰ ਦੇ ਵਿੱਚ ਆਉਂਦੇ ਨੇ, ਅੱਗੇ ਵਾਂਗੂ ਹਰ ਵਾਰੀ ਪਿਤਾ ਨੇ ਪੁੱਛਣਾ, ਪੁੱਤਰ ਅੱਜ ਕੀ ਕਮਾ ਕੇ ਲੈ ਕੇ ਆਇਆ? ਅੱਜ ਸੌਦਾ ਕਰਨ ਗਿਆ ਸੀ, ਅੱਜ ਕਿੰਨਾ ਕੁ ਲਾਭ ਹੋਇਆ, ਕੀ ਖੱਟਿਆ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਅੱਜ ਪੁੱਛਿਆ, ਕਹਿਣ ਲੱਗੇ, ਦੱਸ ਬੇਟਾ, ਨਾਨਕ ਤੂੰ ਗਿਆ ਸੀ ਚੂੜ ਕਰਨੇ,
ਅੱਜ ਕੀ ਖੱਟ ਕੇ ਲੈ ਕੇ ਆਇਆ। ਅੱਜ ਤੇ ਰਕਮ ਵੀ ਵੱਡੀ ਸੀ, ਬੜਾ ਵੱਡਾ ਵਪਾਰ ਕਰਨਾ ਸੀ ਅੱਜ ਤੋਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਪਿਤਾ ਜੀ ਸੱਚਮੁੱਚ ਅੱਜ ਬਹੁਤ ਵੱਡਾ ਵਪਾਰ ਹੋਇਆ, ਬਹੁਤ ਜ਼ਿਆਦਾ ਵੱਡਾ ਵਪਾਰ ਹੋ ਗਿਆ ਅੱਜ। ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਕਹਿੰਦੇ ਨੇ, ਪਿਤਾ ਜੀ ਕਹਿੰਦੇ ਨੇ ਕਿੰਨੇ ਪੈਸੇ ਵੱਟੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਪੈਸਾ ਤਾਂ ਕੋਈ ਨਹੀਂ ਵਟਿਆ, ਪਰ ਵਪਾਰ ਬੜਾ ਵੱਡਾ ਹੋ ਗਿਆ। ਪਰ ਇੰਨਾ ਵੱਡਾ ਵਪਾਰ ਹੋ ਗਿਆ, ਜਦ ਤੱਕ ਦੁਨੀਆ ਰਹੇਗੀ ਇਹ ਵਪਾਰ ਉਦੋਂ ਤੱਕ ਰਹੇਗਾ, ਇਹ ਸੌਦਾ ਉਦੋਂ ਤੱਕ ਟਿਕਿਆ ਰਹੇਗਾ। ਗੁਰੂ ਰਾਮਦਾਸ ਮਹਾਰਾਜ ਜਦੋਂ ਛੋਟੇ ਸੀ ਨਾ, ਨਾਨੀ ਬਾਸਰ ਕੇ ਲੈ ਕੇ ਆ ਗਈ ਸੀ, ਘੁੰਗਣੀਆਂ ਉਬਾਲੀਆਂ ਸਿਰ ਤੇ ਰੱਖ ਦਿੱਤੀਆਂ ਤੇ ਕਿਹਾ, ਬੇਟਾ ਜਾ ਇਹਨਾਂ ਨੂੰ ਵੇਚ ਕੇ ਆ, ਇੰਨੇ ਪੈਸੇ ਦਵੇ ਤਾਂ ਇੱਕ ਬੁੱਕ ਦੇ ਦੀ, ਇੰਨੇ ਦਵੇ ਤਾਂ 2 ਬੁੱਕ ਦੇ ਦਵੇਂ, ਕੋਈ ਇੰਨੇ ਪੈਸੇ ਦਵੇ ਤਾਂ ਉਹਨੂੰ 4 ਬੁੱਕਾਂ ਪਾ ਦਵੇਂ। ਤੇ ਥੋੜੇ ਜਿਹੇ ਚਿਰ ਬਾਅਦ ਜਦੋਂ ਪਰਤ ਕੇ ਵਾਪਸ ਘਰੇ ਆ ਗਏ, ਟੋਕਰੀ ਖਾਲੀ ਸੀ। ਨਾਨੀ ਨੇ ਪੁੱਛਿਆ ਸੀ, ਪੁੱਤ ਅੱਜ ਛੇਤੀ ਆ ਗਿਆ, ਕਿਸੇ ਨੇ ਖੋਹ ਤੇ ਨਹੀਂ ਲਈਆਂ ਘੁੰਗਣੀਆਂ, ਕਿਸੇ ਨੇ ਡੋਲ ਤੇ ਨਹੀਂ ਦਿੱਤੀਆਂ? ਨਹੀਂ, ਕਹਿੰਦੇ ਨਹੀਂ ਨਾਨੀ, ਅੱਜ ਬੜੇ ਮਹਿੰਗੇ ਭਾਅ ਤੇ ਵਿਕ ਗਈਆਂ। ਇੰਨਾ ਕਹਿੰਦੇ ਕਿਹੜਾ ਅਮੀਰ ਇੱਥੇ ਆ ਗਿਆ ਜਿਹਨੇ ਸਾਰੀਆਂ ਘੁੰਗਣੀਆਂ ਤੇਰੀਆਂ ਖਰੀਦ ਲਈਆਂ? ਇਹ ਤਾਂ ਗਰੀਬਾਂ ਦਾ ਖਾਣਾ ਹੈ ਨਾ। ਨਹੀਂ ਨਾਨੀ, ਇੱਕ ਆਇਆ ਸੀ ਬੜਾ ਅਮੀਰ ਸੀ, ਉਹ ਬੜਾ ਕੁਝ ਉਹਨੇ ਦੇ ਦਿੱਤਾ ਇਸ ਦੇ ਬਦਲੇ। ਕਹਿੰਦੇ ਦਿਖਾ, ਕਿੱਥੇ ਦਿੱਤਾ ਹੈ? ਕਹਿੰਦੇ ਨਹੀਂ, ਉਹ ਵੇਖਿਆ ਨਹੀਂ ਜਾ ਸਕਦਾ ਜੋ ਉਹਨੇ ਦਿੱਤਾ ਸੀ ਅੱਜ। ਕਹਿੰਦੇ ਉਹਨੇ ਕੀ ਦਿੱਤਾ ਫਿਰ? ਕਹਿੰਦੇ ਉਹਨੇ ਮੈਨੂੰ ਪੁੱਤ ਕਹਿ ਕੇ ਆਵਾਜ਼ ਮਾਰੀ ਸੀ। ਕਹਿੰਦੇ ਮੇਰੇ ਕੰਨ ਤਰਸਦੇ ਸੀ, ਮੈਨੂੰ ਕੋਈ ਪੁੱਤ ਕਵੇ। ਮਾਂ ਮੈਂ ਛੋਟੇ ਹੁੰਦਿਆਂ ਨਹੀਂ ਦੇਖੀ, 2 ਸਾਲ ਦੀ ਉਮਰ 'ਚ ਮਾਂ ਚੜ੍ਹਾਈ ਕਰ ਗਈ, 7 ਸਾਲ ਦੀ ਉਮਰ 'ਚ ਪਿਤਾ ਚੜ੍ਹਾਈ ਕਰ ਗਿਆ। ਮੈਨੂੰ ਕਦੀ ਕਿਸੇ ਨੇ ਪੁੱਤ ਕਹਿ ਕੇ ਨਹੀਂ ਪੁਕਾਰਿਆ। ਉਹਨੇ ਕਿਹਾ, ਪੁੱਤ ਵੇ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਸਾਰੀਆਂ ਹੀ ਘੁੰਗਰੀਆਂ ਮਾਂ ਉਹਨੂੰ ਛਕਾ ਆਇਆ। ਨਾਨੀ ਨੇ ਕੁੱਟ ਕੇ ਸੀਨੇ ਨਾਲ ਲਾ ਲਿਆ। ਪਰ ਇੱਥੇ ਮਾਹੌਲ ਹੋਰ ਹੈ। ਇੱਥੇ ਪਿਤਾ ਪੁੱਛਦਾ ਪਿਆ ਕਿ ਹਾਂ ਪੁੱਤ ਕੀ ਸੌਦਾ ਕਰਕੇ ਆਇਆ? ਗੁਰੂ ਨਾਨਕ ਕਹਿੰਦੇ ਨੇ, ਸੱਚਾ ਸੌਦਾ ਕਰ ਆਇਆ। ਕਹਿੰਦੇ ਕੀ ਕੀਤਾ ਲਿਆ, ਕੀ ਨਫਾ ਕੀ ਆਇਆ, ਲਾਭ ਕੀ ਮਿਲਿਆ? ਗੁਰੂ ਨਾਨਕ ਕਹਿੰਦੇ ਨੇ, ਨਹੀਂ ਲਾਭ ਮਿਲਿਆ ਜ਼ਰੂਰ ਹੈ, ਮੈਂ ਤੁਹਾਡਾ ਅੱਗਾ ਸਵਾਰ ਕੇ ਆਇਆ ਹਾਂ ਪਿਤਾ ਜੀ, ਤੁਹਾਡਾ ਮੈਂ ਜਨਮ ਨਹੀਂ, ਤੁਹਾਡਾ ਮੈਂ ਮਰਨ ਸਵਾਰ ਕੇ ਆਇਆ। ਬੁਝਾਰਤਾਂ ਦੀਆਂ ਪਾਈਆਂ। ਪਿਤਾ ਗੁੱਸੇ ਦੇ ਵਿੱਚ ਸੀ, ਪੁੱਛਦੇ, ਦੱਸ ਸਿੱਧੀ ਤਰ੍ਹਾਂ ਪੈਸੇ ਕਿੱਥੇ ਨੇ? ਕਹਿੰਦੇ ਉਹ ਤੇ ਸਾਧੂ ਮਿਲ ਗਏ ਸੀ, ਉਹਨਾਂ ਨੂੰ ਭੋਜਨ ਛਕਾ ਦਿੱਤਾ, ਕੁਝ ਉਹਨਾਂ ਨੂੰ ਵੰਡ ਦਿੱਤੇ ਕਿ ਜਾਓ ਜਾ ਕੇ ਆਪਣਾ ਕੰਮ ਕਾਰ ਕਰੋ, ਐਵੇਂ ਵਿਹਲਿਆਂ ਵਾਂਗੂ ਕਿਉਂ ਮੰਗਦੇ ਫਿਰਦੇ ਹੋ? ਕਹਿੰਦੇ ਉਸ ਦਿਨ ਪਹਿਲੇ ਦਿਨ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ, ਨਿਰੰਕਾਰ ਦੀ ਜੋਤ, ਆਪ ਨਾਰਾਇਣ ਕਲਾਧਾਰ ਸਤਿਗੁਰੂ ਜਿਹੜੇ ਸਨ, ਉਹਨਾਂ ਦੇ ਉੱਪਰ ਉਹਨਾਂ ਦੇ ਪਿਤਾ ਨੇ ਹੱਥ ਚੁੱਕਿਆ ਹੈ। ਕਹਿੰਦੇ ਇੰਨਾ ਕੋਮਲ ਚਿਹਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚਿਹਰਾ ਕਹਿੰਦੇ ਸੀ ਜਿਵੇਂ ਇਵੇਂ ਸੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਵੇਂ ਗੁਲਾਬ ਦੇ ਫੁੱਲ ਦੀਆਂ ਪੰਖੜੀਆਂ ਹੋਣ, ਇੰਨਾ ਕੋਮਲ ਗੁਲਾਬੀ ਚਿਹਰਾ ਹੋਣਾ ਤੇ ਇੰਨਾ ਸੋਹਣਾ ਲੱਗਣਾ ਕਿ ਜਿਹੜਾ ਦੇਖਦਾ ਸੀ ਉਹੀ ਮੋਹਿਤ ਹੋ ਜਾਂਦਾ ਸੀ। ਪਿਤਾ ਨੇ ਜ਼ੋਰ ਦੀ ਥੱਪੜ ਮਾਰ ਦਿੱਤਾ। ਦੂਸਰਾ ਮਾਰਨ ਲੱਗੀ, ਭੈਣ ਨਾਨਕੀ ਨੇ ਆ ਕੇ ਹੱਥ ਫੜਿਆ, ਵੀਰ ਨੂੰ ਆਪਣੇ ਬੁੱਕਲ ਦੇ ਵਿੱਚ ਲੈ ਲਿਆ। ਕਹਿੰਦੇ ਹੁਣ ਗੁਰੂ ਨਾਨਕ ਦਾ ਚਿਹਰਾ ਇਵੇਂ ਸੀ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਭੌਰਾ ਆ ਕੇ ਬੈਠ ਗਿਆ ਹੋਵੇ, ਬਿਲਕੁਲ ਕਾਲਾ ਨਿਸ਼ਾਨ ਭੌਰਾ ਬੈਠ ਗਿਆ, ਉਂਗਲਾਂ ਦੇ ਨਿਸ਼ਾਨ ਸੀ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਭੈਣ ਨੇ ਕਿਹਾ, ਪਿਤਾ ਜੀ ਨਹੀਂ, ਨਾਨਕ ਨੂੰ ਮਾਰਿਓ ਨਾ। ਖਬਰ ਪਹੁੰਚੀ ਰਾਏ ਬੁਲਾਰ ਦੇ ਕੋਲ ਵੀ। ਰਾਏ ਬੁਲਾਰ ਉਦੋਂ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਜ਼ਮਤ ਨੂੰ, ਉਹਨਾਂ ਦੀ ਕਰਾਮਾਤ ਨੂੰ, ਉਹਨਾਂ ਦੀ ਬਖਸ਼ਿਸ਼ ਨੂੰ ਮਾਨ ਚੁੱਕਾ ਸੀ। ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਨਾਮ ਜਪਣ ਵਾਲਾ ਪੈਦਾ ਹੋ ਜੇ, ਕੋਈ ਭਗਤ ਪੈਦਾ ਹੋ ਜੇ, ਕੋਈ ਰੱਬ ਦਾ ਪਿਆਰਾ ਪੈਦਾ ਹੋ ਜੇ, ਜਾਂ ਕੋਈ ਗੁਰੂ ਪੈਦਾ ਹੁੰਦਾ ਹੈ, ਉਹਦੇ ਆਪਣੇ ਉਹਦੇ ਤੋਂ ਲਾਭ ਨਹੀਂ ਲੈ ਸਕਦੇ, ਕਦੀ ਵੀ ਨਹੀਂ ਲੈਂਦੇ। ਇਸ ਤਰ੍ਹਾਂ ਹੀ ਸ਼ੁਰੂ ਤੋਂ ਹੀ ਜਗਤ ਦੇ ਵਿੱਚ ਹੋਇਆ। ਪ੍ਰਹਿਲਾਦ ਪਰਮਾਤਮਾ ਦਾ ਭਗਤ ਸੀ, ਪਰ ਪਿਤਾ ਉਹਦਾ ਦੈਂਤ ਸੀ। ਉਹ ਕਹਿੰਦਾ ਹੈ ਕਿ ਗਿਰ ਤਰ ਜਰ ਜਵਾਲਾ ਤੇ ਰਾਖਿਓ, ਉਹਨੂੰ ਪਹਾੜ ਤੋਂ ਸੁੱਟਿਆ ਗਿਆ।
ਪਿਤਾ ਕਹਿੰਦਾ ਹੈ ਕਿ ਇਹਨੂੰ ਪਹਾੜ ਤੋਂ ਸੁੱਟ ਦਿਓ, ਉੱਚੇ ਦਰਖਤ ਤੋਂ ਸੁੱਟ ਦਿਓ, ਪਾਣੀ ਦੇ ਵਿੱਚ ਸੁੱਟ ਦਿਓ। ਹੋਲਿਕਾ ਸਕੀ ਭੂਆ ਹੈ ਤੇ ਅੱਗ ਦੇ ਵਿੱਚ ਲੈ ਕੇ ਬੈਠਦੀ ਏ। ਆਪਣੇ ਸੀ ਨਾ, ਭੂਆ ਵੀ ਆਪਣੀ ਸੀ, ਪਿਤਾ ਵੀ ਆਪਣਾ ਸੀ, ਉਹ ਸਾਰੇ ਹੀ ਮਾਰਨਾ ਚਾਹੁੰਦੇ ਨੇ, ਨਹੀਂ ਲਾਭ ਲੈ ਸਕੇ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜਗਤ ਨੂੰ ਤਾਂ ਤਾਰਿਆ, ਪਰ ਆਪਣੇ ਇਸ ਗੱਲ ਤੋਂ ਲਾਂਭੇ ਰਹਿ ਗਏ। ਭੈਣ ਨਾਨਕੀ ਨੇ ਗੁਰੂ ਨਾਨਕ ਨੂੰ ਰੱਬ ਕਰਕੇ ਜਾਣਿਆ। ਕਹਿੰਦੇ ਇੱਕ ਵਾਰ ਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰ ਲੋਧੀ ਜਾਂਦੇ ਨੇ ਤੇ ਕਹਿੰਦੇ ਇਤਿਹਾਸ ਆਖਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਲੰਬੇ ਸਫ਼ਰ ਤੋਂ ਬਾਅਦ ਪਰਤ ਕੇ ਘਰ ਦੇ ਵਿੱਚ ਆਏ ਤੇ ਭੈਣ ਨਾਨਕੀ ਜਿਹੜੇ ਯਾਦ ਹੀ ਕਰਦੇ ਪਏ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਘਰੇ ਆ ਜਾਣ, ਮੇਰਾ ਵੀਰ ਘਰੇ ਆਵੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ ਆਪਣੇ ਬੂਹੇ ਦੇ ਅੱਗੇ ਦੇਖਿਆ, ਉੱਠ ਕੇ ਗਏ। ਅਜੇ 4 ਸਾਲ ਗੁਰੂ ਨਾਨਕ ਦੇਵ ਜੀ ਤੋਂ ਵੱਡੇ ਨੇ। ਪੈਰਾਂ ਵਾਲੇ ਪਾਸੇ ਝੁਕ ਕੇ ਪੈਰਾਂ ਨੂੰ ਹੱਥ ਲਾਉਣ ਲੱਗੇ। ਗੁਰੂ ਨਾਨਕ ਦੇਵ ਮਹਾਰਾਜ ਨੇ ਭੈਣ ਨਾਨਕੀ ਦਾ ਏਦਾਂ ਸਿਰ ਮੱਥਾ ਫੜ ਲਿਆ। ਕਹਿਣ ਲੱਗੇ, ਭੈਣ ਇਹ ਕੀ ਕਰਦੀ ਪਈ ਹੈ? ਕਹਿੰਦੇ ਮੈਂ ਤੇਰੇ ਚਰਨਾਂ ਤੇ ਝੁਕਣਾ ਚਾਹੁੰਦੀ ਹਾਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਭੈਣ ਮੈਂ ਇਸੇ ਕਰਕੇ ਤੇਰੇ ਕੋਲ ਆਉਂਦਾ ਨਹੀਂ, ਤੂੰ ਇਸ ਤਰ੍ਹਾਂ ਦੀ ਗੱਲਾਂ ਕਰਦੀ ਹੈ। ਕਹਿਣ ਲੱਗੀ, ਜੇ ਤੂੰ ਮੇਰਾ ਇਕੱਲਾ ਵੀਰ ਹੁੰਦਾ ਨਾ ਫਿਰ ਤੇ ਮੈਂ ਨਾ ਚੁੱਕਦੀ, ਪਰ ਤੇਰੇ ਵਿੱਚ ਮੈਨੂੰ ਰੱਬ ਦਿਖਾਈ ਦਿੰਦਾ ਹੈ, ਇਸ ਕਰਕੇ ਮੇਰਾ ਜੀ ਕਰਦਾ ਹੈ ਕਿ ਮੈਂ ਤੇਰੇ ਪੈਰਾਂ ਦੇ ਉੱਤੇ ਸਿਰ ਰੱਖਦਾ। ਭੈਣ ਨਾਨਕੀ ਨੇ ਸੱਚਮੁੱਚ ਗੁਰੂ ਨਾਨਕ ਨੂੰ ਰੱਬ ਕਰਕੇ ਜਾਣਿਆ। ਉਹਨੇ ਕਿਹਾ, ਪਿਤਾ ਜੀ ਵੇਖਿਓ ਨਾਨਕ ਨੂੰ ਮਾਰਿਓ ਨਾ। ਰਾਏ ਬੁਲਾਰ ਤੱਕ ਗੱਲ ਪਹੁੰਚੀ। ਉਹਨੇ ਸੱਦਾ ਭੇਜਿਆ ਮਹਿਤਾ ਕਲਿਆਣ ਦਾਸ ਜੀ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਨੂੰ ਸੱਦਾ ਭੇਜ ਦਿੱਤਾ। ਕਹਿਣ ਲੱਗੇ, ਮਹਿਤਾ ਕਾਲੂ ਜੀ ਇੱਥੇ ਆਓ। ਜਦੋਂ ਗਏ ਪੁੱਛਿਆ, ਕਹਿਣ ਲੱਗੇ ਕੀ ਗੱਲ ਹੋਈ, ਤੁਸੀਂ ਨਾਨਕ ਨੂੰ ਮਾਰਿਆ ਹੈ? ਕਹਿਣ ਲੱਗਾ, ਜੀ ਬੜਾ ਤਕੜਾ ਨੁਕਸਾਨ ਕਰਕੇ ਆ ਗਿਆ। ਕਹਿੰਦੇ ਕੀ ਨੁਕਸਾਨ ਹੋਇਆ ਤੇਰਾ ਦੱਸ। ਕਹਿੰਦੇ ਜੀ ਮੈਂ ਪੈਸੇ ਦਿੱਤੇ ਸੀ, 20 ਰੁਪਏ ਦਿੱਤੇ ਤੇ ਸਾਰੇ ਹੀ ਗਵਾ ਕੇ ਆ ਗਿਆ। ਔਰ ਗੁਰੂ ਨਾਨਕ ਦੇਵ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਨਾ, ਬਚਪਨ 'ਚ ਛੋਟੇ ਜਿਹੇ ਵੀ ਸੀ, 2 ਸਾਲ ਦੀ ਉਮਰ ਸੀ। ਜਿਹੜੀ ਚੀਜ਼ ਗੁਰੂ ਨਾਨਕ ਘਰੋਂ ਲੈ ਕੇ ਚਲੇ ਜਾਂਦੇ ਸੀ ਪਰਤ ਕੇ ਵਾਪਸ ਨਹੀਂ ਸੀ ਲਿਆਉਂਦੇ। ਲੋਟਾ ਲੈ ਕੇ ਗਏ, ਇੱਕ ਦਿਨ ਬਾਹਰ ਫਕੀਰ ਮਿਲ ਗਿਆ, ਉਹਨੂੰ ਦੇ ਆਏ। ਕੋਈ ਕੱਪੜਾ ਲੈ ਜਾਣਾ, ਕੋਈ ਵੀ ਵਸਤੂ ਲੈ ਜਾਣੀ, ਦੇ ਕੇ ਆ ਜਾਣਾ, ਬਾਹਰ ਕਿਸੇ ਨੂੰ ਦੇ ਕੇ ਆ ਜਾਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਿਰਤੀ ਦੇਣ ਦੀ ਸੀ। ਮਾਂ ਨੇ ਪੁੱਛਣਾ, ਬੇਟਾ ਉਹ ਕਿੱਥੇ ਲੋਟਾ ਗਿਆ? ਕਿਹਾ, ਮਾਂ ਤੇਰੇ ਤੋਂ ਤੇ ਬਹੁਤ ਨੇ, ਉਹਨੂੰ ਲੋੜ ਸੀ, ਮੈਂ ਦੇ ਆਇਆ ਉਹਨੂੰ। ਰਾਏ ਬੁਲਾਰ ਨੇ ਪੁੱਛਿਆ, ਕਹਿਣ ਲੱਗੇ ਦੱਸ ਤੇਰਾ ਨੁਕਸਾਨ ਕੀ ਹੋਇਆ? ਕਹਿੰਦਾ 20 ਰੁਪਏ ਉਜਾੜ ਕੇ ਆ ਗਿਆ। ਕਹਿੰਦੇ ਮੈਨੂੰ ਦੱਸ, ਜਿੰਨਾ ਤੇਰਾ ਨੁਕਸਾਨ ਹੋਇਆ ਮੈਂ ਤੈਨੂੰ ਦੁੱਗਣਾ ਦੇਣ ਨੂੰ ਤਿਆਰ ਆ, ਪਰ ਦੇਖੀ ਗੁਰੂ ਨਾਨਕ ਤੇ ਹੱਥ ਨਾ ਚੁੱਕੀ। ਸੁਲਤਾਨ ਨਗਰ ਤਲਵੰਡੀ ਜੇਕਰ ਵਸਦਾ ਪਿਆ ਹੈ ਤੇ ਗੁਰੂ ਨਾਨਕ ਦੇ ਕਰਕੇ ਵਸਦਾ ਪਿਆ ਹੈ। ਮੇਰਾ ਸ਼ਹਿਰ ਗੁਰੂ ਨਾਨਕ ਦੇ ਕਰਕੇ ਵਸਦਾ ਪਿਆ ਹੈ। ਵੇਖੀ ਕਿਤੇ ਇਹਨੂੰ ਮਾਰੀ ਨਾ, ਇਹਨੂੰ ਝਿੜਕੀ ਨਾ, ਇਹਨੂੰ ਮੱਤ ਇਹਨੂੰ ਫਟਕਾਰੀ। ਨਾਨਕ ਕਹਿੰਦੇ ਰੱਬ ਦਾ ਰੂਪ ਹੀ। ਕਹਿੰਦੇ ਉਹ ਸਮਾਂ ਚਲੋ ਬਦਲਿਆ। ਉਹਨੇ ਕਿਹਾ ਵੀ ਉੱਥੇ ਮਹਿਤਾ ਕਾਲੂ ਜੀ ਨੇ, ਕਹਿਣ ਲੱਗੇ ਨਹੀਂ ਤੁਸੀਂ ਕਿਉਂ ਭਰੋਗੇ? ਕਹਿੰਦੇ ਇਹ ਤਾਂ ਮੇਰਾ ਨੁਕਸਾਨ ਸੀ, ਮੇਰਾ ਪੁੱਤਰ ਕਰਕੇ ਆਇਆ। ਕਹਿੰਦੇ ਨਹੀਂ ਉਹ ਤੇਰਾ ਪੁੱਤਰ ਨਹੀਂ, ਉਹ ਤਾਂ ਰੱਬ ਦਾ ਰੂਪ ਹੈ। ਤੂੰ ਕੱਲਾ ਉਹਨੂੰ ਪੁੱਤਰ ਕਰਕੇ ਜਾਣਦਾ ਪਿਆ ਤੇ ਪੁੱਤਰ ਕਰਕੇ ਝਿੜਕਦਾ ਪਿਆ ਏ। ਉਹ ਤੇਰਾ ਕੱਲਾ ਪੁੱਤਰ ਨਹੀਂ, ਉਹ ਤਾਂ ਰੱਬ ਦਾ ਰੂਪ ਹੀ। ਵੇਖੀ ਕਿਤੇ ਨੂੰ ਝਿੜਕੀ ਫਟਕਾਰੀ ਨਾ। ਕਹਿੰਦੇ ਉਸ ਤੋਂ ਬਾਅਦ ਵਿੱਚ ਭੈਣ ਨਾਨਕੀ ਨੇ ਕਿਹਾ ਸੀ, ਕਹਿੰਦੀ ਮੈਂ ਆਪਣੇ ਵੀਰ ਨੂੰ ਨਾਲ ਹੀ ਲੈ ਜਾਣਾ। ਸੁਲਤਾਨਪੁਰ ਲੋਧੀ ਲਿਜਾਣ ਦੀ ਤਿਆਰੀ ਹੋਈ। ਜਦੋਂ ਤੁਰਨ ਲੱਗੇ ਨੇ ਤੇ ਉੱਥੇ ਫਿਰ ਰਾਏ ਬੁਲਾਰ ਵੀ ਆਇਆ। ਰਾਏ ਬੁਲਾਰ ਨੇ ਆ ਕੇ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ। ਕਹਿੰਦੇ ਸਤਿਗੁਰੂ ਮਹਾਰਾਜ ਨੂੰ ਕਿਹਾ ਕਿ ਨਾਨਕ ਤੁਸੀਂ ਚੱਲੇ ਹੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਇਹ ਤਾਂ ਪ੍ਰਮਾਤਮਾ ਦੀ ਕਿਰਤ ਹੈ, ਜਗਤ ਦੇ ਵਿੱਚ ਜਾਣਾ ਪੈਂਦਾ ਹੈ, ਆਉਣਾ ਜਾਣਾ ਪੈਂਦਾ ਹੈ, ਕਾਰ ਵਿਹਾਰ ਕਰਨੇ ਪੈਂਦੇ ਨੇ। ਜਿੰਨਾ ਸਮਾਂ ਇੱਥੇ ਗੁਜ਼ਰਿਆ ਉਹਨਾਂ ਗੁਜ਼ਾਰ ਲਿਆ, ਜਿੰਨਾ ਅੱਗੇ ਗੁਜ਼ਰੇਗਾ ਉਹ ਗੁਜ਼ਾਰਾਂਗੇ। ਕਹਿੰਦੇ ਮੇਰੇ ਵਾਸਤੇ ਕੀ ਉਪਦੇਸ਼ ਆ? ਕਹਿੰਦੇ ਇੱਕ ਕੰਮ ਕਰਿਓ, ਜੋ ਵੀ ਕੁਝ ਤੁਹਾਨੂੰ ਮਾਲੀਆ ਆਉਂਦਾ ਹੈ, ਮਾਲੀਆ ਇਕੱਠਾ ਹੁੰਦਾ ਸੀ ਨਾ, ਨਵਾਬ ਸੀ ਉੱਥੋਂ ਦਾ। ਕਹਿੰਦੇ ਜੋ ਮਾਲੀਆ ਆਉਂਦਾ ਉਹਦਾ 10ਵਾਂ ਹਿੱਸਾ ਵੰਡਣਾ, ਗਰੀਬ ਲੋਕਾਂ ਦੇ ਵਿੱਚ ਵੰਡਣਾ ਸ਼ੁਰੂ ਕਰ ਦਿਓ। ਕਹਿੰਦੇ ਜੇ ਤੁਹਾਡੀ ਯਾਦ ਆਵੇ
ਕਹਿੰਦੇ ਟਿਕ ਕਰਕੇ ਬੈਠਿਓ, ਮੈਨੂੰ ਯਾਦ ਕਰਿਓ, ਮੈਂ ਤੁਹਾਡੇ ਕੋਲ ਹੋਵਾਂਗਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਤੁਰਨ ਲੱਗੇ, ਉਹਨੇ ਆਪਣੇ ਪਟਵਾਰੀ ਨੂੰ ਸੱਦਿਆ, ਮੰਗਵਾਇਆ ਆਪਣੇ, ਤੇ ਉਸੇ ਵੇਲੇ ਕਿਹਾ ਸੀ, ਕਹਿੰਦੇ ਅੱਜ ਤੋਂ ਬਾਅਦ ਇਸ ਨਗਰ ਦਾ ਨਾਂ ਤਲਵੰਡੀ ਰਾਏਪੁਰ ਦੀ ਨਹੀਂ ਹੋਵੇਗਾ। ਉਹਨਾਂ ਨੇ ਨਾਂ ਬਦਲ ਕੇ ਉਸ ਦਿਨ ਕਹਿ ਦਿੱਤਾ ਸੀ, ਇਸ ਦਾ ਨਾਂ ਅੱਜ ਤੋਂ ਬਾਅਦ ਨਾਨਕੇ ਆਣਾ ਹੈ। ਨਾਨਕੇ ਆਣਾ, ਕਿ ਨਾਨਕ ਇੱਥੇ ਆਇਆ ਹੈ। ਅਸੀਂ ਨਨਕਾਣਾ ਸਾਹਿਬ ਕਹਿੰਦੇ, ਬਾਅਦ ਵਿੱਚ ਨਨਕਾਣਾ ਸਾਹਿਬ ਰੱਖ ਦਿੱਤਾ ਗਿਆ। ਬਹੁਤ ਸਾਰੀ ਜ਼ਮੀਨ ਸੀ ਜਿਹੜੀ ਉਹਦਾ ਪਟਾ ਗੁਰੂ ਨਾਨਕ ਦੇ ਨਾਮ ਤੇ ਲਿਖ ਦਿੱਤਾ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਅੱਜ ਤਲਵੰਡੀ ਨੂੰ ਛੱਡ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭਾਈਆ ਜੀ ਸ਼ਬਦ, ਚਲੋ ਹੁਣ ਤੇ ਜੀਜੂ ਹੋ ਗਿਆ ਨਾ ਜੀ, ਪਹਿਲਾਂ ਭਾਈਆ ਜੀ ਕਹਿਣਾ, ਜੀਜਾ ਜੀ, ਭਾਈਆ ਜੀ, ਹੁਣ ਤੇ ਨਾਂ ਹੀ ਬਦਲ ਗਏ। ਮਾਤਾ ਜੀ ਮੌਮ ਹੋ ਗਈ, ਪਿਤਾ ਜੀ ਡੈਡ ਹੋ ਗਿਆ, ਜੀਜਾ ਜੀ ਜੀਜੂ ਹੋ ਗਿਆ। ਕਈ ਤਰ੍ਹਾਂ ਦੇ ਰਿਸ਼ਤੇ ਜਿਹੜੇ ਨੇ ਉਹ ਸਾਡੇ ਨਾਂ ਪਹਿਲਾਂ ਬੜੇ ਪਿਆਰੇ ਨਾਂ ਹੋਣੇ ਸੀ। ਮਾਂ ਨੂੰ ਵੀ ਲੋਕਾਂ ਨੇ ਭਾਬੀ ਕਹਿਣਾ, ਪਿਤਾ ਜੀ ਨੂੰ ਚਾਚਾ ਜੀ ਕਈ ਵਾਰੀ ਕਹਿ ਕੇ ਬੁਲਾਉਂਦੇ ਹੁੰਦੇ ਸੀ। ਭਾਈਆ ਜੈ ਰਾਮ ਜੀ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਬੜਾ ਪਿਆਰ ਉਹਨਾਂ ਨੇ ਕਰਨਾ। ਜਦੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਉੱਥੇ ਗਏ, ਭੈਣ ਨੇ ਕਿਹਾ ਕਿ ਪਿਤਾ ਨੇ ਇਹਨਾਂ ਨੂੰ ਮਾਰਿਆ ਵੀ ਹੈ, ਤੇ ਮੈਂ ਚਾਹੁੰਦੀ ਹਾਂ ਕਿ ਇਹਨਾਂ ਦਾ ਇੱਥੇ ਹੀ ਕੋਈ ਕੰਮਕਾਰ ਸ਼ੁਰੂ ਕਰਾਇਆ ਜਾਏ, ਕੋਈ ਇਹਨਾਂ ਦੀ ਨੌਕਰੀ ਦਾ ਕਿਸੇ ਕੰਮ ਦਾ ਤੁਸੀਂ ਪ੍ਰਬੰਧ ਕਰੋ। ਭਾਈਆ ਜੈ ਰਾਮ ਜੀ ਨੇ ਕਿਹਾ, ਇਹ ਕਿਹੜੀ ਵੱਡੀ ਗੱਲ ਹੈ, ਨਵਾਬ ਦੌਲਤ ਖਾਨ ਨੂੰ ਮਿਲੇ। ਉਹਨੇ ਝੱਟ ਹਾਂ ਕਰ ਦਿੱਤੀ, ਕਹਿੰਦੇ ਸਿਆਣਾ ਹੈ, ਨਾਲੇ ਤੇਰਾ ਰਿਸ਼ਤੇਦਾਰ ਹੈ, ਮੈਂ ਇਹਨੂੰ ਮੋਦੀ ਦੀ ਕਾਰ ਲਾਉਣ ਨੂੰ ਤਿਆਰ ਹਾਂ। ਉਸ ਵੇਲੇ ਮੋਦੀ ਲੱਗ ਜਾਣਾ ਇੱਕ ਬੜਾ ਵੱਡਾ ਅਹੁਦਾ ਸੀ, ਤੇ ਲੋਕ ਅਕਸਰ ਇਹ ਗੱਲ ਕਿਹਾ ਕਰਦੇ ਸੀ ਕਿ ਜਿਹੜਾ ਇੱਕ ਵਾਰੀ ਮੋਦੀ ਲੱਗ ਜੇ ਨਾ, ਸਾਲ ਕੀ ਮੋਦੀ ਰਹਿ ਜੇ, ਕਹਿੰਦੇ ਉਹਨੂੰ ਮੁੜ ਕੇ ਸਾਰੀ ਜ਼ਿੰਦਗੀ ਕੰਮ ਕਰਨ ਦੀ ਲੋੜ ਨਹੀਂ ਸੀ ਪੈਂਦੀ। ਜਿਵੇਂ ਕਈ ਮਹਿਕਮੇ ਹੁੰਦੇ ਆ ਨਾ ਸਰਕਾਰ ਦੇ ਵਿੱਚ, ਜਿੱਦਾਂ ਰਾਸ਼ਨ ਵੰਡਣ ਦਾ ਮਹਿਕਮਾ ਵੀ ਹੁੰਦਾ ਹੈ, ਕਹਿੰਦੇ ਕਿਹੜਾ ਬੰਦਾ ਸਾਲ ਕੀ ਰਹਿ ਜੇ ਨਾ ਹੁੰਦਾ ਆਗੂ ਬਣ ਜੇ, ਜਾਂ ਸਾਲ ਕੀ ਬੰਦਾ ਇੱਕ ਡੀਪੂ ਚਲਾਉਣ ਵਾਲਾ, ਜਿਹੜਾ ਰਾਸ਼ਨ ਵੰਡਦੇ ਨੇ ਡੀਪੂ ਚਲਾਉਣ ਵਾਲਾ ਹੋਵੇ, ਕਹਿੰਦੇ ਉਹ ਇੰਨਾ ਕੁ ਰਾਸ਼ਨ ਇਕੱਠਾ ਕਰ ਲੈਂਦਾ ਕਿ ਬਾਅਦ 'ਚ ਉਹਨੂੰ ਕੰਮ ਕਰਨ ਦੀ ਲੋੜ ਵੀ ਨਹੀਂ ਪੈਂਦੀ। ਗੁਰੂ ਨਾਨਕ ਦੇਵ ਮਹਾਰਾਜ ਉਸ ਵੇਲੇ ਦੇ ਸਮਝ ਲਓ ਕਿ ਖਾਦ ਮਿਨਿਸਟਰ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਮੋਦੀ ਦੀ ਕਿਰਤ ਤੇ ਲੱਗੇ। ਉਹਨਾਂ ਦਿਨਾਂ ਦੇ ਵਿੱਚ ਇੱਕ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਰਿਵਾਰ ਵੱਲੋਂ ਸਲਾਹ ਕੀਤੀ ਗਈ, ਅਜਿੱਤਾ ਰੰਧਾਵਾ, ਰੰਧਾਵੇ ਜਿਹੜੇ ਨੇ ਇਹ ਬਾਬਾ ਬੁੱਢਾ ਸਾਹਿਬ ਜੀ ਵੀ ਰੰਧਾਵਿਆਂ ਦੇ ਵਿੱਚੋਂ ਨੇ। ਜਿਹੜੇ ਕੱਥੂ ਨੰਗਲ ਦਾ ਇਲਾਕਾ ਸੀ, ਜਾਂ ਜਿਹੜੇ ਇੱਧਰਲੇ ਪਾਸੇ ਡੇਰਾ ਬਾਬਾ ਨਾਨਕ ਦਾ ਇਲਾਕਾ, ਇਹਦੇ ਵਿੱਚ ਅੱਜ ਵੀ ਰੰਧਾਵੇ ਬਹੁਤ ਨੇ। ਇਸ ਇਲਾਕੇ ਦੇ ਵਿੱਚ ਹੀ ਰਹਿਣ ਵਾਲਾ ਸੀ ਇੱਕ ਖੱਤਰੀ ਕੁੱਲ ਦਾ, ਜਿਹਦਾ ਨਾਂ ਸੀ ਮੂਲ ਚੰਦ। ਅਜਿੱਤਾ ਰੰਧਾਵਾ ਵੀ ਉੱਥੋਂ ਉੱਠ ਕੇ ਆਇਆ, ਡੇਰੇ ਬਾਬੇ ਨਾਨਕ ਦੇ ਇਲਾਕੇ ਦੇ ਵਿੱਚੋਂ, ਤੇ ਮੂਲ ਚੰਦ ਵੀ ਉੱਥੋਂ ਹੀ ਉੱਠ ਕੇ ਆ ਕੇ ਬਟਾਲੇ ਰਹਿਣ ਲੱਗ ਪਏ। ਜਦੋਂ ਮੇਲ ਮਿਲਾਪ ਸ਼ੁਰੂ ਹੋਇਆ ਤੇ ਪਰਿਵਾਰ ਨੇ ਗੱਲ ਕੀਤੀ, ਕਹਿਣ ਲੱਗੇ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰਿਸ਼ਤਾ ਕਰਨਾ ਹੈ। ਤੇ ਅਜਿੱਤੇ ਰੰਧਾਵੇ ਨੇ ਕਿਹਾ ਕਿ ਮੇਰੀ ਪਹਿਚਾਣ ਦੇ ਵਿੱਚ ਇੱਕ ਪਰਿਵਾਰ ਹੈ, ਮੂਲ ਚੰਦ ਨੇ, ਖੱਤਰੀ ਜਾਤ ਦੇ ਨੇ, ਤੇ ਉਹਨਾਂ ਦੀ ਬੇਟੀ ਹੈ, ਨਾਂ ਤੇ ਉਹਦਾ ਸੁਲੱਖਣੀ ਹੈ, ਤੇ ਸੱਚੀ ਮੁੱਚੀ ਨਾਂ ਵਰਗੇ ਉਹਦੇ ਵਿੱਚ ਗੁਣ ਨੇ। ਜਿਵੇਂ ਦਾ ਨਾਂ ਹੈ ਉਵੇਂ ਦੇ ਗੁਣ ਨੇ। ਕਈਆਂ ਦੇ ਨਾਂ ਕਈ ਕਿਸਮ ਦੇ ਹੁੰਦੇ ਨੇ, ਹੁੰਦੇ ਤੇ ਨਾਮ ਧਾਰਮਿਕ ਨੇ, ਤੇ ਪਰ ਉਹਨਾਂ ਦੇ ਕੰਮ ਧਾਰਮਿਕ ਨਹੀਂ ਹੁੰਦੇ। ਹੁਣ ਕਈ ਨਾਂ ਐਸੇ ਤੁਸੀਂ ਆਪ ਹੀ ਦੇਖ ਸਕਦੇ ਹੋ, ਜੇ ਕਿਸੇ ਨੂੰ ਸਟੇਜ ਦੇ ਉੱਤੋਂ ਕਹਿ ਦਈਏ ਤੇ ਕਈ ਕਹਿੰਦੇ ਲੈ ਮੇਰੇ ਨਾਂ ਨੂੰ ਲੈ ਕੇ ਕਹਿ ਦਿੱਤਾ, ਪਰ ਹਕੀਕਤ ਵਿੱਚ ਕਈ ਨਾਮ ਤੋਂ ਉਲਟ ਚੱਲਦੇ ਨੇ। ਪਰ ਕਈਆਂ ਦਾ ਜੀਵਨ ਐਸਾ ਹੁੰਦਾ ਜਿਵੇਂ ਦਾ ਨਾਮ ਹੈ ਉਸ ਤਰ੍ਹਾਂ ਦੇ ਅੰਦਰ ਗੁਣ ਪੈਦਾ ਹੋ ਜਾਂਦੇ ਆ। ਕਹਿੰਦੇ ਨਾਂ ਤੇ ਉਹਦਾ ਸੁਲੱਖਣੀ ਹੈ, ਤੇ ਸੱਚਮੁੱਚ ਹੀ ਉਹਦੇ 'ਚ ਸ਼ੁਭ ਲੱਖਣ ਨੇ, ਗੁਣ ਬੜੇ ਚੰਗੇ ਨੇ ਉਹਦੇ 'ਚ। ਬੜੀ ਸਿਆਣੀ ਹੈ, ਬੜਾ ਘਰ ਦਾ ਧਿਆਨ ਰੱਖਦੀ ਹੈ, ਮਾਂ ਪਿਓ ਵੀ ਬੜਾ ਪਿਆਰ ਕਰਦੇ ਨੇ ਉਹਨੂੰ। ਮਾਤਾ ਸੁਲੱਖਣੀ ਜੀ ਦੇ ਮਾਤਾ ਜੀ ਦਾ ਨਾਂ ਸੀ ਚੰਦੋ ਰਾਣੀ, ਪਿਤਾ ਦਾ ਨਾਂ ਹੈ ਮੂਲ ਚੰਦ ਜੀ, ਤੇ ਮਾਤਾ ਦਾ ਨਾਂ ਹੈ ਚੰਦੋ ਰਾਣੀ। ਰਿਸ਼ਤੇ ਦੀ ਗੱਲ ਹੋ ਗਈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਵੈਸੇ ਨਾ ਤਾਂ ਕੀਤੀ, ਕਹਿੰਦੇ ਨਹੀਂ ਲੋੜ ਕੀ, ਕਹਿੰਦੇ ਨਹੀਂ ਕਰਨਾ ਜ਼ਰੂਰੀ ਹੈ। ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਉਮਰ 18 ਸਾਲ ਹੈ।
ਵੈਸੇ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਬਰਾਤ ਜਿਹੜੀ ਸੀ ਉਹ ਰਾਏ ਭੋਏ ਦੀ ਤਲਵੰਡੀ ਤੋਂ ਆਈ ਸੀ। ਬਹੁਤੇ ਇਤਿਹਾਸਕਾਰ ਲਿਖਦੇ ਨੇ ਨਹੀਂ, ਸੁਲਤਾਨਪੁਰ ਲੋਧੀ ਤੋਂ ਆਈ ਸੀ। ਸੁਲਤਾਨਪੁਰ ਲੋਧੀ ਤੋਂ ਫਿਰ ਰਿਸ਼ਤਾ ਜਦੋਂ ਹੋਇਆ, ਬਰਾਤ ਚੱਲੀ, ਉਸ ਵੇਲੇ ਕਹਿੰਦੇ ਨਵਾਬ ਦੌਲਤ ਖਾਨ ਵੀ ਬਰਾਤ ਦੇ ਵਿੱਚ ਗਿਆ। ਰਾਏ ਭੋਏ ਦੀ ਤਲਵੰਡੀ ਦਾ ਨਵਾਬ ਰਾਏ ਬੁਲਾਰ ਵੀ ਬਰਾਤ ਦੇ ਵਿੱਚ ਗਿਆ। ਮਹਿਤਾ ਕਾਲੂ ਜੀ ਗਏ, ਮਾਤਾ ਤ੍ਰਿਪਤਾ ਜੀ ਗਏ, ਬਾਬਾ ਲਾਲੂ ਜੀ ਚਾਚਾ ਜੀ ਉਹ ਗਏ, ਭਾਈਆ ਜੈ ਰਾਮ ਜੀ ਗਏ, ਮਰਦਾਨਾ ਜੀ ਗਏ। ਬਹੁਤ ਸਾਰੇ ਅਨੇਕ ਐਸੇ ਸਿੱਖ ਸਨ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਨਾਲ ਪਿਆਰ ਕਰਨ ਵਾਲੇ ਸੀ। ਤੇ ਕਹਿੰਦੇ ਉਸ ਬਰਾਤ ਦੇ ਵਿੱਚ, ਗੁਰੂ ਨਾਨਕ ਦੀ ਬਰਾਤ ਦੇ ਵਿੱਚ ਉਹ ਵੀ ਗਏ ਜਿਨ੍ਹਾਂ ਨੂੰ ਲੋਕ ਨੀਵੇਂ ਸ਼ੂਦਰ ਆਖਦੇ ਸੀ। ਗੁਰੂ ਨਾਨਕ ਦੀ ਬਰਾਤ ਵਿੱਚ ਉਹ ਨੀਵੀਆਂ ਜਾਤਾਂ ਵਾਲਿਆਂ ਨੂੰ ਸਤਿਗੁਰ ਲੈ ਕੇ ਗਏ। ਜਦੋਂ ਬਰਾਤ ਨੇ ਜਾ ਕੇ ਉਤਾਰਾ ਕੀਤਾ, ਅੱਜ ਉੱਥੇ ਗੁਰਦੁਆਰਾ ਹੈ ਜੀ ਕੰਧ ਸਾਹਿਬ, ਮੀਂਹ ਪੈ ਕੇ ਹਟਿਆ ਤੇ ਕੱਚੀ ਕੰਧ ਸੀ, ਉੱਥੇ ਮੰਜਾ ਲਾਗੇ ਡੱਠਿਆ ਸੀ। ਗੁਰੂ ਨਾਨਕ ਦੇਵ ਮਹਾਰਾਜ ਨੂੰ ਜਦੋਂ ਜੀ ਆਇਆਂ ਕਿਹਾ, ਸਾਰੇ ਪਰਿਵਾਰ ਨੂੰ, ਬਰਾਤ ਬਿਠਾਈ ਗਈ। ਗੁਰੂ ਨਾਨਕ ਦੇਵ ਮਹਾਰਾਜ ਜਿਸ ਮੰਜੇ ਤੇ ਬੈਠੇ, ਪਿੱਛੇ ਕੰਧ ਸੀ, ਇੱਕ ਬਜ਼ੁਰਗ ਮਾਂ ਨੇ ਆ ਕੇ ਕਿਹਾ, ਪੁੱਤ ਵੇ ਤੂੰ ਸਾਡੇ ਨਗਰ ਦਾ ਜਵਾਈ ਹੈ, ਇੱਥੋਂ ਉੱਠ ਜਾ, ਮੀਂਹ ਪਿਆ, ਕੰਧ ਡਿੱਗ ਨਾ ਜਾਵੇ ਤੇਰੇ ਉੱਪਰ, ਸ਼ਗਨਾਂ ਦੇ ਦਿਨ ਕਿਤੇ ਨੁਕਸਾਨ ਨਾ ਕੋਈ ਹੋ ਜਾਵੇ। ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਕਿਹਾ ਸੀ, ਭੋਲੀ ਮਾਂ ਮਤ ਸੋਚੀ ਇਹ ਕੰਧ ਹੁਣ ਡਿੱਗੇਗੀ, ਯਕੀਨ ਕਰਕੇ ਜਾਣ ਇਹ ਕੰਧ ਸਦੀਆਂ ਤੱਕ ਵੀ ਕਦੀ ਨਹੀਂ ਡਿੱਗਣੀ, ਇਹ ਕੰਧ ਹਮੇਸ਼ਾ ਇਵੇਂ ਦੀ ਰਹੇਗੀ ਔਰ ਯਾਦ ਕਰਾਏਗੀ, ਇਹ ਸਾਡੀ ਯਾਦ ਇੱਥੇ ਦਿਵਾਏਗੀ ਕਿ ਗੁਰੂ ਨਾਨਕ ਇਸ ਕੰਧ ਦੇ ਕੋਲ ਬੈਠੇ ਸੀ। ਅੱਜ ਵੀ ਭਾਵੇਂ ਉਹਦਾ ਆਕਾਰ ਛੋਟਾ ਹੀ ਹੁਣ ਹੈ, ਇਸ ਵੇਲੇ ਜਦੋਂ ਤੁਸੀਂ ਜਾਂਦੇ ਹੋ ਗੁਰਦੁਆਰਾ ਕੰਧ ਸਾਹਿਬ, ਉੱਥੇ ਉਹ ਕੰਧ ਮੌਜੂਦ ਹੈ। ਇਸ ਤੋਂ ਬਾਅਦ ਵਿੱਚ ਸੁਭਾਵਿਕ ਜੀ ਗੱਲ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਖੱਤਰੀ ਸੀ ਤੇ ਖੱਤਰੀਆਂ ਦਾ ਵਿਆਹ ਜਿਹੜਾ ਸੀ ਉਹ ਬੇਦੀ ਨਾਲ ਹੁੰਦਾ ਸੀ। ਅੱਗ ਬਾਲ ਦੇਣੀ, ਬੇਦੀ ਬਣਾ ਕੇ ਤੇ ਉਹਦੇ ਦੁਆਰਾ ਵਿਆਹ ਕਰਨਾ। ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਕ੍ਰਾਂਤੀਕਾਰੀ ਦੂਸਰਾ ਫੈਸਲਾ ਸੀ। ਪਹਿਲਾ ਸੀ ਕਿ ਜਨੇਊ ਨਹੀਂ ਪਾਉਣਾ, ਅੱਜ ਦੂਸਰਾ ਫੈਸਲਾ ਸੀ ਕਿ ਵਿਆਹ ਵੀ ਬੇਦੀ ਨਾਲ ਨਹੀਂ ਕਰਨਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਕਹਿੰਦੇ ਫਿਰ ਕਿਵੇਂ ਹੋਵੇਗਾ। ਇੱਕ ਚੌਂਕੀ ਮੰਗਾਈ ਗਈ ਸਾਫ਼ ਸੁੰਦਰ। ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਕਾਗਜ਼ ਦੇ ਉੱਪਰ ਮੂਲ ਮੰਤਰ ਲਿਖਿਆ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੂਲ ਮੰਤਰ ਲਿਖਿਆ ਗਿਆ ਤੇ ਉਸ ਮੂਲ ਮੰਤਰ ਦੇ ਦੁਆਲੇ 4 ਫੇਰੇ ਕੀਤੇ ਗਏ। ਔਰ ਦੇਖੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਵਿਚਾਰਧਾਰਾ ਇੱਕ ਵੱਖਰੀ ਕਿਸਮ ਦੀ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕੱਲਾ ਵਿਆਹ ਇਹ ਨਹੀਂ ਕਿ ਤੁਸੀਂ 4 ਫੇਰੇ ਲੈ ਲੈਂਦੇ ਹੋ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਇੱਕ ਸੰਕਲਪ ਹੁੰਦਾ ਹੈ, ਇਹ ਇੱਕ ਅੰਦਰੋਂ ਇੱਕ ਵਿਸ਼ਵਾਸ ਪੈਦਾ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਪਈ ਹੈ, ਧਨ ਫਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ, ਧਨ ਫਿਰ ਕਹੀਏ ਨਾਨਕਾ ਏਕ ਜੋਤ ਦੋਇ ਮੂਰਤੀ, ਧਨ ਫਿਰ ਕਹੀਏ ਸੋਏ। ਸਰੀਰ ਦੋ ਇੱਕ ਹੋ ਜਾਣੇ, ਧਨ ਫਿਰ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵਿਚਾਰ ਇੱਕ ਹੋ ਜਾਣ, ਜੋਤ ਇੱਕ ਹੋ ਜਾਏ, ਏਕ ਜੋਤ ਦੋਏ ਮੂਰਤੀ, ਵੇਖਣ ਨੂੰ 2 ਲੱਗਣ ਪਰ ਅੰਦਰ ਇੱਕ ਹੋ ਗਿਆ ਹੋਵੇ, ਉਹਨੂੰ ਕਹਿੰਦੇ ਨੇ ਧਨ ਫਿਰ। ਉਹਨੂੰ ਕਿਹਾ ਇਸਤਰੀ ਤੇ ਪੁਰਸ਼ ਦਾ ਰਿਸ਼ਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਵਿਆਹ ਤੋਂ ਬਾਅਦ ਸਤਿਗੁਰੂ ਨੇ ਆਪਣਾ ਚੋਲਾ ਜਿਹੜਾ ਸੀ, ਵਿਆਹ ਦਾ ਚੋਲਾ, ਉਹ ਉਤਾਰਿਆ ਤੇ ਆਪਣੇ ਸਾਥੀ ਮਰਦਾਨੇ ਨੂੰ ਦੇ ਦਿੱਤਾ। ਕਹਿੰਦੇ ਮਰਦਾਨਿਆ ਤੂੰ ਇਹਨੂੰ ਪਹਿਨ ਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣਾ ਜੋੜਾ ਵੀ ਉਤਾਰ ਕੇ ਦੇ ਦਿੱਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜਦੋਂ ਪਰਤ ਕਰਕੇ ਫਿਰ ਸੁਲਤਾਨਪੁਰ ਲੋਧੀ ਬਰਾਤ ਆਈ, ਸਵਾਗਤ ਕੀਤਾ ਗਿਆ। ਜਿੱਥੇ ਤੁਸੀਂ ਗੁਰਦੁਆਰਾ ਦੇਖਦੇ ਹੋ, ਗੁਰਦੁਆਰਾ ਗੁਰੂ ਕਾ ਬਾਗ, ਇਹ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਦਾ ਘਰ ਸੀ। ਫਿਰ ਬੇਬੇ ਨਾਨਕੀ ਜੀ ਨੇ ਆਪਣੇ ਭਰਾ ਨੂੰ ਦੇ ਦਿੱਤਾ ਕਿ ਨਹੀਂ ਤੁਸੀਂ ਇਸ ਘਰ ਦੇ ਵਿੱਚ ਰਹੋ। ਫਿਰ ਪਰਲੇ ਪਾਸੇ ਜਾ ਕੇ ਜਦੋਂ ਜਾਂਦੇ ਹੋ ਸੁਲਤਾਨਪੁਰ ਮੁਹੱਲਾ ਸਿੱਖਾਂ ਦਾ, ਉੱਥੇ ਫਿਰ ਬੇਬੇ ਨਾਨਕੀ ਜੀ ਨੇ ਆਪਣਾ ਘਰ ਬਣਾ ਲਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਜੀਵਨ ਦਾ ਬਹੁਤ ਕੁਝ ਸੀ ਜਿਹੜਾ ਇੱਥੋਂ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਇਆ। ਜੇ ਬਾਣੀ ਦੀ ਆਰੰਭਤਾ ਕੀਤੀ ਸੁਲਤਾਨਪੁਰ ਲੋਧੀ ਦੇ ਵਿੱਚੋਂ ਕੀਤੀ। ਜੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਗ੍ਰਸਥ ਮਾਰਗ ਆਰੰਭ ਹੋਇਆ, ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਸੁਲਤਾਨਪੁਰ ਲੋਧੀ ਤੋਂ ਆਰੰਭ ਕੀਤਾ।
ਜੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਉਦਾਸੀਆਂ ਦੀ ਆਰੰਭਤਾ ਕੀਤੀ, ਉਹ ਵੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਵਾਕ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਰਾਗ ਸੋਰਠ ਹੈ। ਗੁਰੂ ਰਾਮਦਾਸ ਮਹਾਰਾਜ ਇਸ ਸ਼ਬਦ ਦੇ ਉਚਾਰਨ ਕਰਤਾ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ। ਕੰਡਾ ਵੀ ਤੂੰ ਆਪ ਏ ਸਤਿਗੁਰੂ ਮਹਾਰਾਜ, ਉਹ ਤਰਾਜੀ ਉਹ ਪੱਲੜੇ ਵੀ ਤੂੰ ਆਪ ਏ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜਿਹੜਾ ਕੰਡੇ ਦੇ ਵਿੱਚ ਵੱਟੇ ਪਾਏ ਜਾਂਦੇ ਨੇ, ਤੋਲ ਪਾਇਆ ਜਾਂਦਾ ਹੈ, ਆਪੇ ਤੋਲ ਤੁਲਾਇਆ। ਉਹ ਵੱਟੇ ਵੀ ਤੂੰ ਆਪ ਹੈ ਤੇ ਤੋਲਣ ਵਾਲਾ ਵੀ ਕੋਈ ਦੂਸਰਾ ਨਹੀਂ, ਉਹ ਵੀ ਤੂੰ ਆਪ ਹੈ। ਆਪੇ ਸ਼ਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ। ਆਪ ਹੀ ਤੂੰ ਮਾਲਕ ਹੈ, ਸ਼ਾਹ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਆਪੇ ਸ਼ਾਹੋ ਆਪੇ ਵਣਜਾਰਾ। ਸ਼ਾਹੋ ਕਹਿ ਦਿੱਤਾ ਮਾਲਕ, ਵਣਜਾਰਾ ਕਹਿ ਦਿੱਤਾ ਜਿਹਨੂੰ ਵਪਾਰ ਕਰਨ ਵਾਸਤੇ ਤੋਰ ਦਿੱਤਾ। ਆਪੇ ਵਣਜ ਕਰਾਇਆ, ਤੇ ਵਣਜ ਕਰਨ ਵਾਲਾ ਵਪਾਰ ਕਰਨ ਵਾਲਾ ਵੀ ਕੋਈ ਦੂਸਰਾ ਨਹੀਂ, ਉਹ ਵੀ ਤੂੰ ਆਪ ਹੈ। ਆਪੇ ਧਰਤੀ ਸਾਜੀਨ ਪਿਆਰੈ ਪਿੱਛੇ ਟੰਕ ਚੜਾਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਉਸ ਪਰਮਾਤਮਾ ਨੇ ਧਰਤੀ ਨੂੰ ਵੀ ਜਦੋਂ ਤੋਲਣਾ ਸੀ ਨਾ, ਤੇ ਇੱਕ ਪਾਸੇ ਧਰਤੀ ਰੱਖ ਦਿੱਤੀ ਤੇ ਇੱਕ ਪਾਸੇ ਕੇਵਲ 4 ਮਾਸੇ ਦਾ ਵੱਟਾ ਟੰਕ, 4 ਮਾਸੇ, ਇੱਕ ਪਾਸੇ 4 ਮਾਸੇ ਰੱਖ ਦਿੱਤੇ ਤੇ ਇੱਕ ਪਾਸੇ ਧਰਤੀ ਰੱਖ ਕੇ ਸਤਿਗੁਰੂ ਮਹਾਰਾਜ ਤੂੰ ਉਸ ਧਰਤੀ ਨੂੰ ਤੋਲ ਦਿੱਤਾ। ਆਪੇ ਧਰਤੀ ਸਾਜੀਨ ਪਿਆਰੇ, ਸਾਜੀ ਵੀ ਤੂੰ ਆਪ, ਧਰਤੀ ਬਣਾਉਣ ਵਾਲਾ ਵੀ ਤੂੰ ਆਪ ਹੈ। ਤੇ ਤੱਕੜੀ ਦੇ ਵਿੱਚ ਉਹਨੂੰ ਤੂੰ ਇਵੇਂ ਤੋਲ ਦੇਣਾ ਜਿਵੇਂ 4 ਮਾਸੇ ਦਾ ਵੱਟਾ ਪਾ ਕੇ ਉਹਨੂੰ ਤੋਲਿਆ ਜਾ ਸਕਦਾ ਹੋਵੇ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਹੇ ਮੇਰੇ ਮਨਾ, ਜੇ ਰਾਮ ਨਾਮ ਜਪੇਗਾ, ਜੇ ਹਰ ਹਰ ਕਰੇਗਾ, ਜੇ ਵਾਹਿਗੁਰੂ ਵਾਹਿਗੁਰੂ ਕਰੇਗਾ, ਤੇ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਜੀਵਨ ਦੇ ਵਿੱਚ ਸੁਖ ਹੋਵੇਗਾ, ਤੇਰੇ ਜੀਵਨ ਦੇ ਵਿੱਚ ਆਨੰਦ ਹੋਵੇਗਾ, ਤੈਨੂੰ ਦੁਖੀ ਨਹੀਂ ਹੋਣਾ ਪਏਗਾ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੇ ਮਿੱਠਾ ਲਾਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਦਾ ਨਾਮ ਜਿਹੜਾ ਹੈ ਨਿਧਾਨ ਹੈ। ਤੇ ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ। ਦੁਨੀਆ ਦੇ ਸਾਰੇ ਖਜ਼ਾਨੇ ਥੁੜ ਸਕਦੇ ਨੇ, ਮੁੱਕ ਸਕਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਮ ਜਪ ਕਦੇ ਕਮੀ ਨਹੀਂ ਆਏਗੀ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੈ ਮਿੱਠਾ ਲਾਇਆ। ਗੁਰੂ ਨੇ ਕਿਰਪਾ ਕਰਕੇ ਇਹਦਾ ਸਵਾਦ ਦਿਖਾ ਦਿੱਤਾ ਕਿ ਇਹਦਾ ਸਵਾਦ ਹੀ ਬੜਾ ਮਿੱਠਾ ਹੈ। ਬਾਣੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਹਿੰਦੀ ਪਈ ਹੈ, ਕਹਿੰਦੇ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਕਹਿੰਦੇ ਖੰਡ ਵੀ ਮਿੱਠੀ, ਸ਼ੱਕਰ ਵੀ ਮਿੱਠੀ, ਦੁੱਧ ਵੀ ਮਿੱਠਾ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੈ ਤਾਂ ਇਹ ਮਿੱਠੀਆਂ ਪਰ ਤੇਰੇ ਨਾਮ ਜਿੰਨੀ ਮਿੱਠੀ ਕੋਈ ਵੀ ਨਹੀਂ। ਹੈ ਤਾਂ ਇਹ ਸਵਾਦ ਪਰ ਤੇਰੇ ਨਾਮ ਜਿੰਨਾ ਸਵਾਦ ਇਹਨਾਂ ਵਿੱਚ ਕੋਈ ਨਹੀਂ। ਰਹਾਓ ਵਿਸ਼ਰਾਮ ਦੇ ਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਹੁਣ ਉਹਨੂੰ ਇਹ ਕੀਤਾ ਕੀ ਪਰਮਾਤਮਾ ਨੇ, ਕਿਵੇਂ ਰਚਨਾ ਰਚੀ? ਕਹਿੰਦੇ ਉਹਨੇ ਧਰਤੀ ਬਣਾ ਦਿੱਤੀ, ਮਿੱਟੀ ਪੈਦਾ ਕੀਤੀ। ਆਪੇ ਜਲ ਪਿਆਰਾ, ਉਹਨੇ ਪਾਣੀ ਪੈਦਾ ਕਰ ਦਿੱਤਾ। ਹੁਣ ਪਾਣੀ ਤੇ ਮਿੱਟੀ ਦੋਨੋਂ ਵਿਰੋਧੀ ਤੱਤ ਨੇ। ਇੱਕ ਜਗ੍ਹਾ ਤੇ ਮਿੱਟੀ ਤੇ ਪਾਣੀ ਨੂੰ ਇਕੱਠਿਆਂ ਨਹੀਂ ਰੱਖਿਆ ਜਾ ਸਕਦਾ। ਪਾਣੀ ਦੇ ਵਿੱਚ ਮਿੱਟੀ ਪਾ ਦਿਓ ਜਾਂ ਮਿੱਟੀ ਦੇ ਵਿੱਚ ਪਾਣੀ ਪਾ ਦਿਓ, ਪਾਣੀ ਖੋਰ ਦਿੰਦਾ ਹੈ ਮਿੱਟੀ ਨੂੰ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਆਪੇ ਕਰੇ ਕਰਾਇਆ, ਤੂੰ ਆਪ ਇਹ ਪੈਦਾ ਕਰ ਦਿੱਤੇ। ਤੇ ਤੇਰਾ ਹੁਕਮ ਕਿਵੇਂ ਵਰਤਦਾ ਹੈ? ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਤੇਰਾ ਹੁਕਮ ਇਵੇਂ ਵਰਤਦਾ ਪਿਆ ਜਿਵੇਂ ਪਾਣੀ ਤੇ ਮਿੱਟੀ ਨੂੰ ਤੂੰ ਇਕੱਠਾ ਕਰ ਦਿੱਤਾ। ਦੋਨੇ ਇੱਕ ਥਾਂ ਤੇ ਰਹਿੰਦੇ ਨੇ, ਹੈ ਵਿਰੋਧੀ। ਨਾ ਮਿੱਟੀ ਪਾਣੀ ਨੂੰ ਖੋਰਦੀ, ਨਾ ਪਾਣੀ ਮਿੱਟੀ ਨੂੰ ਰੋੜ ਕੇ ਲੈ ਕੇ ਜਾਂਦਾ। ਦੋਵੇਂ ਇੱਕ ਜਗ੍ਹਾ ਤੇ ਟਿਕੇ ਹੋਏ ਨੇ। ਆਪੇ ਹੀ ਭਉ ਪਾਇੰਦਾ ਪਿਆਰਾ, ਬੰਨ ਬੱਕਰੀ ਸ਼ੀਹੋਂ ਹੰਡਾਇਆ। ਕਹਿੰਦੇ ਉਹਦਾ ਹੁਕਮ, ਉਹਦਾ ਭੈ, ਉਹਦਾ ਡਰ ਕਿਵੇਂ ਰਹਿੰਦਾ ਹੈ? ਇਹਨਾਂ ਤੱਤਾਂ ਦੇ ਉੱਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਉਹਦਾ ਡਰ ਇਵੇਂ ਆ, ਬੰਨ ਬੱਕਰੀ, ਬੱਕਰੀ ਨੂੰ ਬੰਨ ਕੇ ਸ਼ੀਂਹ ਹੰਡਾਇਆ। ਕਹਿੰਦੇ ਸ਼ੀਂਹ ਤੇ ਬੱਕਰੀ ਇੱਕ ਥਾਂ ਤੇ ਇਕੱਠੇ ਕਰ ਦਿੱਤੇ। ਜਿੱਥੇ ਬੱਕਰੀ ਬੰਨੀ ਸੀ ਉੱਥੇ ਸ਼ੇਰ ਵੀ ਲਿਆ ਕੇ ਬੰਨ ਦਿੱਤਾ। ਹੁਣ ਸ਼ੇਰ ਬੱਕਰੀ ਨੂੰ ਨਹੀਂ ਖਾਂਦਾ ਪਿਆ, ਬੱਕਰੀ ਸ਼ੇਰ ਤੋਂ ਨਹੀਂ ਡਰਦੀ ਪਈ। ਕਿਉਂ? ਕਹਿੰਦੇ ਹੁਕਮ ਦੇ ਵਿੱਚ ਹੁੰਦਾ ਪਿਆ ਹੈ। ਆਪੇ ਕਾਸ਼ਟ
ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ। ਕਹਿੰਦੇ ਤੇਰਾ ਹੁਕਮ ਵਰਤਦਾ ਹੈ, ਤੂੰ ਦੋ ਤੱਤ ਹੋਰ ਇਕੱਠੇ ਕਰ ਦਿੱਤੇ, ਲੱਕੜ ਤੇ ਅੱਗ ਵਿਰੋਧੀ ਤੱਤ ਨੇ। ਜਿੱਥੇ ਲੱਕੜ ਉੱਤੇ ਅੱਗ ਨੂੰ ਇਕੱਠਾ ਕਰ ਦੋਗੇ, ਅਸੀਂ ਰੱਖਾਂਗੇ ਅੱਗ ਦੇ ਵਿੱਚ ਲੱਕੜ ਤੇ ਸੜ ਜਾਏਗੀ। ਕਹਿੰਦੇ ਪਰਮਾਤਮਾ ਨੇ ਅੱਗ ਦੇ ਵਿੱਚ ਲੱਕੜ ਨਹੀਂ ਰੱਖੀ, ਲੱਕੜ ਦੇ ਵਿੱਚ ਅੱਗ ਰੱਖ ਦਿੱਤੀ ਆ। ਅਸੀਂ ਕੀ ਕਰਦੇ, ਅਸੀਂ ਲੱਕੜ ਦੇ ਵਿੱਚ, ਅੱਗ ਦੇ ਵਿੱਚ ਲੱਕੜ ਰੱਖ ਦਿੰਦੇ ਆ ਤੇ ਉਹ ਲੱਕੜ ਨੂੰ ਸਾੜ ਦਿੰਦੀ। ਪਰਮਾਤਮਾ ਨੇ ਕੀ ਕੀਤਾ ਕਿ ਅੱਗ ਜਿਹੜੀ ਆ ਉਹਨੂੰ ਲੱਕੜ ਦੇ ਵਿੱਚ ਟਿਕਾ ਦਿੱਤਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਾਸ਼ਟ ਅਗਨ ਰਖਾਇਆ, ਆਪੇ ਹੀ ਆਪ ਵਰਤਦਾ ਪਿਆਰਾ, ਪੈ ਅਗਨ ਨਾ ਸਕੇ ਜਲਾਇਆ। ਕਹਿੰਦੇ ਉਹ ਆਪ ਹੀ ਪਿਆਰਾ ਹੁਣ ਵਰਤਦਾ ਹੈ, ਉਹਦਾ ਹੁਕਮ ਚੱਲਦਾ ਪਿਆ ਹੈ। ਅਗਨ ਵੀ ਜਿਹੜੀ ਆ ਰੱਬ ਦੇ ਡਰ ਦੇ ਵਿੱਚ ਆ, ਭੈ ਵਿੱਚ ਅਗਨ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਭੈ ਅਗਨ ਨਾ ਸਕੇ ਜਲਾਇਆ। ਰਹਿੰਦੀ ਲੱਕੜ ਦੇ ਵਿੱਚ ਆ, ਪਰ ਲੱਕੜ ਨੂੰ ਸਾੜਦੀ ਨਹੀਂ। ਆਪੇ ਮਾਰ ਜੀਵਾਇੰਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ। ਕਹਿੰਦੇ ਉਹ ਪਰਮਾਤਮਾ ਇੰਨਾ ਕੁ ਮਹਾਨ ਹੈ ਕਿ ਜੇਕਰ ਆਪ ਹੀ ਉਹ ਮਾਰਨ ਵਾਲਾ ਹੈ, ਆਪ ਹੀ ਜਿਉਣ ਵਾਲਾ ਹੈ, ਤੇ ਜੇ ਉਹ ਚਾਹਵੇ ਤਾਂ ਜਿੰਦੇ ਸਵਾਸ ਖਤਮ ਹੋ ਗਏ ਨੇ ਉਹਨੂੰ ਵੀ ਜਿੰਦਾ ਕਰ ਦਿੰਦਾ ਹੈ। ਸਾਹ ਲੈਂਦੇ ਸਭ ਲਵਾਇਆ, ਆਪੇ ਤਾਨ ਦੀਵਾਨ ਹੈ ਪਿਆਰਾ, ਆਪੇ ਕਾਰੇ ਲਾਇਆ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਤਾਨ ਸ਼ਕਤੀ, ਦੀਵਾਨ ਦਰਬਾਰ, ਤਾਨ ਤਾਕਤ, ਦੀਵਾਨ ਕਚਹਿਰੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਹ ਤੇਰੀ ਸ਼ਕਤੀ ਵੀ ਤੂੰ ਆਪ ਹੈ, ਤਾਕਤ ਰੂਪ ਵੀ ਤੂੰ ਆਪ ਹੈ। ਤੇਰੇ ਦੀਵਾਨ ਦੇ ਵਿੱਚ ਸਤਿਗੁਰੂ ਮਹਾਰਾਜ ਫੈਸਲੇ ਕੀਤੇ ਜਾਂਦੇ ਨੇ। ਸਤਿਗੁਰ ਕਹਿੰਦੇ ਨੇ ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਭਾਇਆ। ਜਿਵੇਂ ਉਹ ਤੁਰਦਾ ਹੈ ਫਿਰ ਉਵੇਂ ਕਹਿੰਦੇ ਉਹਦੇ ਹੁਕਮ 'ਚ ਤੁਰਨਾ ਸ਼ੁਰੂ ਕਰੋ। ਸਤਿਗੁਰੂ ਮਹਾਰਾਜ ਕਹਿੰਦੇ ਮਰਜ਼ੀ ਦੇ ਨਾਲ ਨਹੀਂ, ਮੱਤ ਦੇ ਨਾਲ ਨਹੀਂ, ਮਨ ਦੇ ਪਿੱਛੇ ਲੱਗ ਕੇ ਨਾ ਤੁਰੋ। ਜਿਵੇਂ ਗੁਰੂ ਤੁਰਦਾ ਪਿਆ ਹੈ, ਗੁਰ ਚਾਲੀ, ਜਿਵੇਂ ਗੁਰੂ ਤੁਰਦਾ ਪਿਆ ਹੈ ਉਵੇਂ ਤੁਰਨਾ ਸ਼ੁਰੂ ਕਰ ਦਿਓ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿਉਂ ਹਰ ਪ੍ਰਭ ਮੇਰੇ ਭਾਇਆ, ਜਿਵੇਂ ਤੈਨੂੰ ਚੰਗਾ ਲੱਗਦਾ ਸਾਡੇ ਤੋਂ ਉਹੀ ਕੰਮ ਕਰਾਈ। ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਵਾਜਾ ਵੀ ਤੂੰ ਆਪ ਹੈ ਤੇ ਵਜਾਉਣ ਵਾਲਾ ਵੀ ਤੂੰ ਆਪ ਹੈ। ਅਸੀਂ ਜੀਵ ਵਾਜੇ ਹਾਂ, ਅਸੀਂ ਜੀਵ ਸਾਜ਼ ਹਾਂ, ਤੇ ਫੂਕ ਤੂੰ ਮਾਰਦਾ ਤੇ ਤਾਂ ਹੀ ਸਾਡੇ ਅੰਦਰੋਂ ਆਵਾਜ਼ ਆਉਂਦੀ ਪਈ ਹੈ। ਜੇ ਤੂੰ ਫੂਕ ਕੱਢ ਦੇਣਾ ਤੇ ਸਿਰ ਇਹ ਸਾਜ਼ ਕਹਿੰਦੇ ਨੇ ਐਵੇਂ ਹੁੰਦਾ ਜਿਵੇਂ ਤਾਰਾਂ ਟੁੱਟ ਜਾਂਦੀਆਂ ਨੇ, ਵੱਜਦਾ ਕੋਈ ਨਹੀਂ ਸਾਜ਼। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਆਪੇ ਜੰਤੀ ਜੰਤ ਹੈ ਪਿਆਰਾ, ਜੰਤੀ ਵਜਾਉਣ ਵਾਲਾ ਵੀ ਤੂੰ ਆਪ ਹੈ ਤੇ ਜੰਤ ਸਾਜ਼ ਵੀ ਤੂੰ ਆਪ ਹੀ ਹੈ। ਸਤਿਗੁਰੂ ਮਹਾਰਾਜ ਜਿਉਂ ਪ੍ਰਭ ਮੇਰੇ ਭਾਇਆ, ਜਿਉਂ ਹਰ ਪ੍ਰਭ ਮੇਰੇ ਭਾਇਆ, ਉਵੇਂ ਹੀ ਹੁੰਦਾ ਪਿਆ ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਤੂੰ ਫੂਕ ਮਾਰਦਾ ਹੈ ਤੇ ਅਸੀਂ ਵੱਜੀ ਜਾ ਰਹੇ, ਤੂੰ ਫੂਕ ਖਿੱਚ ਲੇਗਾ ਤੇ ਸਾਜ਼ ਮੁੱਕ ਜਾਣਗੇ। ਇੱਕ ਵਿਦਵਾਨ ਸ਼ਾਇਰ ਨੇ ਕਿਹਾ ਸੀ, ਕਹਿੰਦੇ ਹੁਣ ਉਹ ਆਵਾਜ਼ ਹੀ ਆਉਣੀ ਬੰਦ ਹੋ ਗਈ ਜਿਹੜੀ ਆਵਾਜ਼ ਕਦੇ ਆਇਆ ਕਰਦੀ ਸੀ। ਉਹ ਤਾਰਾਂ ਹੀ ਟੁੱਟ ਚੁੱਕੀਆਂ ਨੇ, ਹੁਣ ਤਾਰਾਂ ਜਿੰਦੇ ਥਾਣੀ ਆਵਾਜ਼ ਪੈਦਾ ਹੁੰਦੀ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ, ਹੁਕਮ ਦੇ ਵਿੱਚ ਸੁੱਖ ਆ। ਜਿਹੜਾ ਨਾਮ ਜਪਦਾ ਏ ਮੇਰੇ ਮਨ ਹਰ ਹਰ ਧਿਆਏ, ਸੁਖ ਪਾਇਆ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੇ ਮੀਠਾ ਲਾਇਆ। ਗੁਰੂ ਦਾ ਨਾਮ ਕਿਰਪਾ ਕਰਕੇ ਜਦੋਂ ਗੁਰੂ ਦਿੰਦਾ ਹੈ ਤੇ ਕਹਿੰਦੇ ਉਹ ਨਾਮ ਹਿਰਦੇ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਹੈ। ਨਾਮ ਜਪਣ ਵਾਲੇ ਦਾ ਜੀਵਨ ਸੁਖੀ ਹੋ ਜਾਂਦਾ ਹੈ, ਲੋਕ ਵੀ ਸੁੱਖ ਹੁੰਦਾ ਹੈ ਤੇ ਪਰਲੋਕ ਸੁਹੇਲਾ ਹੁੰਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ। ਬੋਲਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।